मेरा नाम उमेश कुमार गेरा है। मैं गौरमेंट ITI वूमेन पटियाला ਦੇ ਵਿੱਚ ਬਤੌਰ ਕੰਪਿਊਟਰ ਇੰਸਟ੍ਰਕਟਰ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਅੱਛੀ ਲੱਗੇ ਤਾਂ ਤੁਸੀਂ ਇਸ ਨੂੰ ਲਾਈਕ ਕਰੋ ਔਰ ਮੇਰੇ ਚੈਨਲ ITI ਪੰਜਾਬ ਸਕਿੱਲਸ ਨੂੰ ਸਬਸਕ੍ਰਾਈਬ ਕਰੋ। ਮੇਰਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਮੈਨੇਜ ਸਿਕਿਉਰਿਟੀ ਇਸ਼ੂਜ਼ ਇਨ ਈ-ਕਾਮਰਸ। ਭਾਵ ਕਿ ਈ-ਕਾਮਰਸ ਦੇ ਵਿੱਚ ਸਾਡੀ ਸੁਰੱਖਿਆ ਨੂੰ ਲੈ ਕੇ, ਪੇਮੈਂਟ ਦੀ ਸੁਰੱਖਿਆ ਨੂੰ ਲੈ ਕੇ ਕਿਆ ਸਮੱਸਿਆਵਾਂ ਨੇ, ਉਸ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਈ-ਕਾਮਰਸ ਕਿਸ ਨੂੰ ਆਖਦੇ ਹਨ। ਈ-ਕਾਮਰਸ ਤੋਂ ਭਾਵ ਹੈ ਇਲੈਕਟ੍ਰੋਨਿਕ ਕਾਮਰਸ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਖਰੀਦਦਾਰੀ ਕਰਨ ਦੇ ਜਾਂ ਸਮਾਨ ਨੂੰ ਵੇਚਣ ਦੇ ਉਹ ਪੁਰਾਣੇ ਤਰੀਕੇ ਤਾਂ ਚੱਲ ਹੀ ਰਹੇ ਨੇ, ਇਸ ਦੇ ਨਾਲ ਨਾਲ ਔਨਲਾਈਨ ਪਲੇਟਫਾਰਮ ਵੀ ਆ ਗਏ ਨੇ, ਜਿਵੇਂ ਕਿ ਐਮਾਜ਼ੋਨ, ਫਲਿੱਪਕਾਰਟ, ਪੇਟੀਐਮ। ਇਸ ਦੇ ਉੱਤੇ ਤੁਸੀਂ ਕੋਈ ਵੀ ਸਮਾਨ ਖਰੀਦ ਸਕਦੇ ਹੋ, ਜਾਂ ਤੁਸੀਂ ਆਪਣੀ ਕੋਈ ਚੀਜ਼ ਨੂੰ ਵੇਚਣਾ ਹੋਵੇ, ਚਾਹੇ ਤੁਸੀਂ ਛੋਟੇ ਦੁਕਾਨਦਾਰ ਹੋ, ਚਾਹੇ ਵੱਡੇ ਵਪਾਰੀ ਹੋ, ਚਾਹੇ ਇੰਡਸਟਰੀਅਲਿਸਟ ਹੋਵੋ, ਤੁਸੀਂ ਆਪਣਾ ਸਮਾਨ ਇਸ 'ਤੇ ਵੇਚ ਵੀ ਸਕਦੇ ਹੋ। ਤਾਂ ਸਮਾਨ ਨੂੰ ਖਰੀਦਣ ਜਾਂ ਵੇਚਣ ਦਾ ਜੋ ਇਹ ਪਲੇਟਫਾਰਮ ਹੈ, ਇਹੀ ਈ-ਕਾਮਰਸ ਹੈ। ਇਲੈਕਟ੍ਰੋਨਿਕਲੀ ਜੁੜਿਆ ਹੋਣ ਕਰਕੇ ਇਸ ਦੇ ਸਾਰੇ ਮੈਥਡ, ਪੇਮੈਂਟ ਕਰਨਾ, ਰਿਸੀਵ ਕਰਨਾ, ਇਹ ਸਾਰੇ ਈ-ਕਾਮਰਸ ਦੇ ਕੰਮ ਹਨ। ਹੁਣ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਜੇ ਅਸੀਂ ਕੋਈ ਸਮਾਨ ਔਨਲਾਈਨ ਖਰੀਦਦੇ ਹਾਂ ਤਾਂ ਨੈਚੁਰਲੀ ਹੈ ਕਿ ਸਾਨੂੰ ਪੇਮੈਂਟ ਵੀ ਉਸਦੀ ਜਿਹੜੀ ਹੈ ਇਲੈਕਟ੍ਰੋਨਿਕ ਵੇ ਦੇ ਵਿੱਚ ਕਰਨੀ ਪਏਗੀ। ਕਰ ਤਾਂ ਤੁਸੀਂ ਕੈਸ਼ ਔਨ ਡਿਲੀਵਰੀ ਵੀ ਸਕਦੇ ਹੋ। ਕੈਸ਼ ਔਨ ਡਿਲੀਵਰੀ ਤੋਂ ਮਤਲਬ ਕਿ ਤੁਹਾਡੇ ਘਰੇ ਸਮਾਨ ਡਿਲੀਵਰੀ ਬੋਆਏ ਦੇ ਗਿਆ ਅਤੇ ਤੁਸੀਂ ਨਗਦ ਪੈਸੇ ਦੇ ਦਿੱਤੇ। ਪਰ ਇਸ ਦੇ ਨਾਲ ਸਾਡੇ ਕੋਲ ਹੋਰ ਜਿਹੜੇ ਪੇਮੈਂਟ ਮੈਥਡਸ ਹੈ ਇਲੈਕਟ੍ਰੋਨਿਕ ਵੇ ਨੇ, ਤੇਜ਼, ਸੇਫ, ਉਹ ਕਿਹੜੇ ਹੈ? ਸਭ ਤੋਂ ਪਹਿਲਾ ਹੈਗਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜਾਂ ਬੈਂਕ ਟਰਾਂਸਫਰਸ। ਇਸ ਤੋਂ ਇਲਾਵਾ ਈ-ਵਾਲੇਟਸ, ਮੋਬਾਈਲ ਪੇਮੈਂਟਸ ਜਾਂ ਕੈਸ਼ ਔਨ ਡਿਲੀਵਰੀ। ਇੱਥੇ ਅਸੀਂ ਕੈਸ਼ ਔਨ ਡਿਲੀਵਰੀ ਦਾ ਜ਼ਿਕਰ ਨਹੀਂ ਕਰਾਂਗੇ। ਕੈਸ਼ ਔਨ ਡਿਲੀਵਰੀ ਤਾਂ ਇੱਕ ਸਿੰਪਲ ਗੱਲ ਹੋ ਗਈ ਕਿ ਸਮਾਨ ਆਇਆ, ਤੁਸੀਂ ਨਕਦ ਪੈਸੇ ਦੇ ਦਿੱਤੇ। ਅਸੀਂ ਤੁਹਾਨੂੰ ਸਮਝਾਉਣਾ ਹੈਗਾ ਕਿ ਜੇ ਤੁਸੀਂ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੇ ਥਰੂ ਜਿਹੜੀ ਤੁਸੀਂ ਪੇਮੈਂਟ ਕਰਦੇ ਹੋ ਤਾਂ ਤੁਸੀਂ ਕੀ ਕੁਝ ਸਾਵਧਾਨੀਆਂ ਉਸ ਸਮੇਂ ਤੁਸੀਂ ਰੱਖਣੀਆਂ ਨੇ। ਇਸ ਦੇ ਨਾਲ ਬੈਂਕ ਟਰਾਂਸਫਰਸ ਹੈ। ਬੈਂਕ ਟਰਾਂਸਫਰ ਤੋਂ ਮਤਲਬ ਜੇਕਰ ਤੁਸੀਂ RTGS ਕਰਾ ਲਓ, NEFT ਕਰ ਲਓ, ਜਾਂ ਤੁਸੀਂ ਔਨਲਾਈਨ ਬੈਂਕਿੰਗ, ਇੰਟਰਨੈਟ ਬੈਂਕਿੰਗ ਦਾ ਪ੍ਰਯੋਗ ਕਰਦੇ ਹੋ। ਇਸ ਦੇ ਨਾਲ ਈ-ਵਾਲੇਟਸ ਵੀ ਹੈਗਾ। ਈ-ਵਾਲੇਟਸ ਤੋਂ ਮਤਲਬ ਜਿਵੇਂ ਪੇਟੀਐਮ, ਐਮਾਜ਼ੋਨ ਦੇ ਆਪਣੇ ਵਾਲੇਟ ਬਣੇ ਹੋਏ ਨੇ। ਵਾਲੇਟ ਤੋਂ ਭਾਵ ਕੀ ਹੈ ਕਿ ਤੁਹਾਡਾ ਇੱਕ ਪਰਸ ਹੈ। ਸਪੋਜ਼ ਕਰੋ ਤੁਹਾਡੀ ਅਲਮਾਰੀ ਦੇ ਵਿੱਚ 50,000 ਰੁਪਏ ਰੱਖੇ ਹੋਏ ਹੈ ਅਤੇ ਤੁਸੀਂ ਬਾਜ਼ਾਰ ਦੇ ਵਿੱਚ ਅਗਰ ਸਬਜ਼ੀ ਲੈਣ ਲਈ ਜਾਣਾ ਹੈਗਾ ਤਾਂ ਤੁਸੀਂ 50,000 ਕੈਸ਼ ਨਹੀਂ ਲੈ ਕੇ ਜਾਓਗੇ। ਤੁਹਾਨੂੰ ਬਾਜ਼ਾਰ ਜਾਣ ਵਾਸਤੇ 500 ਰੁਪਏ ਵੀ ਬਹੁਤ ਹੈ। ਤਾਂ ਜਦੋਂ ਤੁਸੀਂ ਅਲਮਾਰੀ ਵਿੱਚੋਂ 500 ਰੁਪਏ ਕੱਢ ਕੇ ਆਪਣੇ ਪਰਸ ਦੇ ਵਿੱਚ ਜਾਂ ਜੇਬ ਦੇ ਵਿੱਚ ਰੱਖ ਲਿਆ, ਉਹ ਤੁਹਾਡਾ ਵਾਲੇਟ ਹੈ। ਸੇਮ ਕੇਸ ਦੇ ਵਿੱਚ ਬੈਂਕ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ 50,000 ਹੈ, ਬਟ ਤੁਸੀਂ ਉਸ ਦੇ ਵਿੱਚੋਂ 500 ਰੁਪਏ ਕੱਢ ਕੇ ਆਪਣੇ ਵਾਲੇਟ ਦੇ ਵਿੱਚ ਪਾ ਲਿਆ ਹੈਗਾ। ਚਾਹੇ ਉਹ ਪੇਟੀਐਮ ਦਾ ਵਾਲੇਟ ਹੈ, ਚਾਹੇ ਐਮਾਜ਼ੋਨ ਦਾ ਹੈ, ਚਾਹੇ ਉਹ ਏਅਰਟੈਲ ਦਾ ਹੈ। ਫਿਰ ਉਸ ਦਾ ਇਹ ਲਾਭ ਹੈ ਵਾਲੇਟ ਦੇ ਵਿੱਚੋਂ ਪੈਸੇ ਖਰਚ ਕਰਨ ਦਾ ਕਿ ਸਾਨੂੰ ਬਾਰ-ਬਾਰ ਬੈਂਕ ਵੱਲੋਂ OTP ਨਹੀਂ ਆਉਂਦਾ, ਔਥੈਂਟੀਕੇਸ਼ਨ ਦਾ ਕੋਈ ਚੱਕਰ ਨਹੀਂ ਪੈਂਦਾ। ਅਸੀਂ ਤੁਰੰਤ ਪੇਮੈਂਟ ਜਿਹੜੀ ਹੈ ਉਸ ਦੇ ਵਿੱਚ ਕਰ ਦਿੰਦੇ ਹਾਂ। ਇਸ ਲਈ ਈ-ਵਾਲੇਟ ਦਾ ਪ੍ਰਯੋਗ ਜਿਹੜਾ ਹੈਗਾ ਉਹ ਸੇਫ ਹੈ। ਇਸ ਤੋਂ ਬਾਅਦ ਮੋਬਾਈਲ ਪੇਮੈਂਟਸ ਹੈ। ਜਿੰਨੀਆਂ ਵੀ ਤੁਹਾਡੀਆਂ ਕੰਪਨੀਆਂ ਜਿਵੇਂ ਵੋਡਾਫੋਨ ਹੈ, ਏਅਰਟੈਲ ਹੈ, ਜਿਹੜੀਆਂ ਨੇ, ਇਹਨਾਂ ਦੇ ਵੀ ਆਪਣੇ ਹੀ ਐਪਸ ਬਣੇ ਹੋਏ ਨੇ ਜਿਸ ਦੇ ਥਰੂ ਇਹ ਪੇਮੈਂਟਸ ਕਰਦੀਆਂ ਨੇ। ਉਸ ਤੋਂ ਬਾਅਦ ਹੈ ਕਿ ਤੁਸੀਂ ਸਾਵਧਾਨੀ ਕਿਆ ਰੱਖਣੀ ਹੈ। ਤੁਸੀਂ ਕਿਸੇ ਦੇ ਨਾਲ ਵੀ ਆਪਣੇ ਬੈਂਕ ਦੇ ਡੈਬਿਟ ਕਾਰਡ ਦੀ, ATM ਕਾਰਡ ਦੀ ਜਾਂ ਕ੍ਰੈਡਿਟ ਕਾਰਡ ਦੇ ਜਿਹੜੇ 16 ਅੱਖਰ ਲਿਖੇ ਹੋਏ ਨੇ ਉੱਪਰਲੇ, ਉਹ ਤੁਸੀਂ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨੇ। ਆਪਣੀ ਬੈਂਕ ਡਿਟੇਲ ਜਿਹੜੀ ਹੈ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਹੈ।
ਕਿਉਂਕਿ ਜੇਕਰ ਤੁਸੀਂ ਕਿਸੇ ਨਾਲ ਆਪਣੀ ਬੈਂਕ ਡਿਟੇਲ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਉਸ ਦਾ ਨੁਕਸਾਨ ਹੋ ਸਕਦਾ ਹੈਗਾ। ਇਸ ਦੇ ਨਾਲ ਤੁਹਾਨੂੰ ਤੁਹਾਡੇ ਮੋਬਾਈਲ ਦੇ ਉੱਪਰ ਇੱਕ SMS ਆਉਂਦਾ ਹੈ ਜਿਸ ਨੂੰ ਕਿ OTP ਕਿਹਾ ਜਾਂਦਾ ਹੈ। ਇਹ ਇੱਕ ਛੋਟਾ ਜਿਹਾ ਵਨ ਟਾਈਮ ਪਾਸਵਰਡ ਹੈ ਜਿਹੜਾ 1 ਮਿੰਟ ਤੋਂ ਲੈ ਕੇ 10 ਮਿੰਟ ਤੱਕ ਵੀ ਵੈਲਿਡ ਰਹਿ ਸਕਦਾ ਹੈ। ਉਹ ਡਿਪੈਂਡ ਕਰਦਾ ਹੈ ਅਲੱਗ-ਅਲੱਗ ਬੈਂਕ ਦੀ ਅਲੱਗ-ਅਲੱਗ ਸਕੀਮਸ ਦੇ ਉੱਪਰ। ਤੁਸੀਂ ਇਹ OTP ਵੀ ਕਿਸੇ ਨਾਲ ਸ਼ੇਅਰ ਨਹੀਂ ਕਰਨਾ। ਇਸ ਤੋਂ ਇਲਾਵਾ ਤੁਸੀਂ ਫ੍ਰੀ ਇੰਟਰਨੈਟ ਜਿਹੜਾ ਕਿ ਸਰਕਾਰ ਵੱਲੋਂ ਰੇਲਵੇ ਸਟੇਸ਼ਨ 'ਤੇ, ਬੱਸ ਸਟੈਂਡ 'ਤੇ ਜਾਂ ਯੂਨੀਵਰਸਿਟੀਜ਼ ਦੇ ਵਿੱਚ ਦਿੱਤਾ ਜਾਂਦਾ ਹੈ, ਕੈਂਪਸ ਦੇ ਵਿੱਚ ਦਿੱਤਾ ਜਾਂਦਾ ਹੈ, ਤੁਸੀਂ ਇਸ ਦਾ ਪ੍ਰਯੋਗ ਵੀ ਨਹੀਂ ਕਰਨਾ ਹੈ। ਕਿਉਂਕਿ ਜਿਹੜੇ ਹੈਕਰਸ ਹੁੰਦੇ ਨੇ ਉਹ ਇਸ ਨੂੰ ਬਹੁਤ ਜਲਦੀ ਹੈਕ ਕਰ ਲੈਂਦੇ ਨੇ ਈਜ਼ਲੀ, ਅਤੇ ਤੁਹਾਨੂੰ ਜਿਹੜਾ ਹੈ ਪੈਸਿਆਂ ਦਾ ਨੁਕਸਾਨ ਹੋ ਸਕਦਾ ਹੈ। ਹੁਣ ਤੁਹਾਨੂੰ ਸਮਝਣਾ ਪਵੇਗਾ ਕਿ ਪੇਮੈਂਟ ਗੇਟਵੇ ਕਿਆ ਹੈ, ਕਿ ਪੇਮੈਂਟ ਹੁੰਦੀ ਕਿਸ ਤਰ੍ਹਾਂ ਹੈ। ਦੇਖੋ, ਪੇਮੈਂਟ ਗੇਟਵੇ ਇੱਕ ਤਰ੍ਹਾਂ ਦੇ ਨਾਲ ਸੈਂਟਰਲ ਪੂਲ ਹੈ, ਜਿਵੇਂ ਕਿ ਤੁਸੀਂ ਇਸ ਡਾਇਗਰਾਮ 'ਚ ਦੇਖ ਰਹੇ ਹੋ। ਇਹਦੇ ਵਿੱਚ ਔਨਲਾਈਨ ਕਸਟਮਰ ਔਰ ਉਸ ਦਾ ਬੈਂਕ, ਮਰਚੈਂਟ ਔਰ ਉਸ ਦਾ ਬੈਂਕ। ਔਨਲਾਈਨ ਕਸਟਮਰ ਮਤਲਬ ਕਿ ਤੁਸੀਂ ਖਰੀਦਾਰ ਹੋ ਮੰਨ ਲਓ, ਅਤੇ ਤੁਹਾਡਾ ਕਿਸੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਤੁਹਾਡਾ ਮੰਨ ਲਓ ਅਕਾਊਂਟ ਹੈ। ਔਰ ਮਰਚੈਂਟ ਕੌਣ ਹੈ? ਚਾਹੇ ਐਮਾਜ਼ੋਨ ਹੈ, ਫਲਿੱਪਕਾਰਟ ਹੈ ਜਾਂ ਕੋਈ ਪਰਸਨ ਹੈ, ਉਸ ਦਾ ਅਕਾਊਂਟ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਹੈ। ਤਾਂ ਜੇ ਤੁਸੀਂ ਪੰਜਾਬ ਨੈਸ਼ਨਲ ਬੈਂਕ ਤੋਂ ਪੇਮੈਂਟ ਕਰਦੇ ਹੋ ਤਾਂ ਉਹ ਪਹਿਲਾਂ ਸੈਂਟਰਲ ਪੂਲ ਦੇ ਵਿੱਚ ਜਾਂਦੀ ਹੈ ਪੇਮੈਂਟ ਗੇਟਵੇ ਦੀਆਂ ਵੀ ਕਈ ਕੰਪਨੀਜ਼ ਨੇ। ਕਿਸੇ ਕੰਪਨੀ ਦਾ ਤਾਂ ਆਪਣਾ ਵੀ ਗੇਟਵੇ ਹੈ, ਐਮਾਜ਼ੋਨ ਦਾ, ਪੇਟੀਐਮ ਦਾ, ਇਹਨਾਂ ਦੇ ਆਪਣੇ ਵੀ ਗੇਟਵੇ ਹੈ। ਤਾਂ ਪਹਿਲਾਂ ਪੇਮੈਂਟ ਜਿਹੜੀ ਹੈ ਸੈਂਟਰਲ ਪੂਲ ਦੇ ਵਿੱਚ ਔਥੈਂਟੀਕੇਸ਼ਨ ਲਈ ਜਾਂਦੀ ਹੈ। ਉੱਥੋਂ ਦੀ OTP ਜਿਹੜਾ ਹੈ ਪੈਦਾ ਹੁੰਦਾ ਹੈ। ਉਹ OTP ਤੁਹਾਡੇ ਮੋਬਾਈਲ 'ਤੇ ਆਉਂਦਾ ਹੈ, ਸਾਰੀ ਡਿਟੇਲ ਆਉਂਦੀ ਹੈ। ਜਦੋਂ ਤੁਸੀਂ ਉਸਨੂੰ ਕਨਫਰਮ ਕਰਦੇ ਹੋ, ਓਕੇ ਕਰਦੇ ਹੋ, ਉਸ ਤੋਂ ਬਾਅਦ ਜਿਹੜੀ ਹੈ ਪੇਮੈਂਟ ਸੈਂਟਰਲ ਪੂਲ ਤੋਂ ਕਲਾਇੰਟ ਦੇ ਬੈਂਕ ਅਕਾਊਂਟ ਦੇ ਵਿੱਚ ਜਾਂਦੀ ਹੈ। ਹੁਣ CVV ਤੁਹਾਨੂੰ ਸਮਝਣਾ ਪਏਗਾ ਕਿ ਇਹ ਕਿਆ ਹੈ। ਸਾਡੇ ਕੋਲ ਕਈ ਵਾਰੀ ਓਬਜੈਕਟਿਵ ਟਾਈਪ ਕੁਐਸਚਨ ਵੀ ਇਹ ਪੁੱਛਿਆ ਜਾਂਦਾ ਹੈ ਕਿ ਵਾਟ ਇਜ਼ CVV। ਤਾਂ CVV ਜਿਹੜਾ ਹੈਗਾ ਉਹ ਇੱਕ ਕਾਰਡ ਵੈਰੀਫਿਕੇਸ਼ਨ ਵੈਲਿਊ ਹੈ। ਇਹ ਤੁਹਾਡੇ ATM, ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੀ ਬੈਕ ਸਾਈਡ ਦੇ ਉੱਪਰ 3 ਡਿਜਿਟ ਦਾ ਇੱਕ ਕੋਡ ਹੈ ਜਿਹੜਾ ਕਿ ਤੁਸੀਂ ਕਦੇ ਵੀ ਕਿਸੇ ਨਾਲ ਸ਼ੇਅਰ ਨਹੀਂ ਕਰਨਾ। ਕਿਉਂਕਿ ਕਈ ਵਾਰੀ ਕਈ ਕੰਪਨੀਜ਼ ਸਿਰਫ ਬੈਂਕ ਦੀ ATM ਦੀ ਡਿਟੇਲ ਲੈਣ ਤੋਂ ਬਾਅਦ CVV ਕੋਡ ਫਿਲ ਕਰਨ ਤੋਂ ਬਾਅਦ ਪੇਮੈਂਟ ਨੂੰ ਡਿਡਕਟ ਕਰ ਲੈਂਦੀਆਂ, ਡੈਬਿਟ ਕਰ ਲੈਂਦੀਆਂ ਨੇ। ਉਸ ਤੋਂ ਬਾਅਦ ਤੁਹਾਨੂੰ ਸਮਝਣਾ ਪਏਗਾ OTP ਕਿਆ ਚੀਜ਼ ਹੈ। ਜਿਵੇਂ ਕਿ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ, ਇਹ ਇੱਕ ਵਨ ਟਾਈਮ ਪਾਸਵਰਡ ਹੈ। ਇਹ ਤੁਹਾਡੇ ਕੋਲ ਲਾਸਟ ਹਥਿਆਰ ਹੈ। ਸਪੋਜ਼ ਕਰੋ ਕਿ ਤੁਹਾਡਾ ATM ਚੋਰੀ ਹੋ ਗਿਆ, ਤਾਂ ਵੀ ਚੋਰ ਉਸ ਨਾਲ ਪਰਚੇਜ਼ਿੰਗ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਵਨ ਟਾਈਮ ਪਾਸਵਰਡ ਆਉਣਾ ਉਹ ਤੁਹਾਡੇ ਮੋਬਾਈਲ ਦੇ ਉੱਪਰ ਆਉਣਾ ਹੈ। ਤਾਂ ਕੋਸ਼ਿਸ਼ ਕਰੋ ਕਿ ATM ਨੂੰ ਵੀ ਸੰਭਾਲ ਕੇ ਰੱਖੋ। ਜੇ ਚੋਰੀ ਵੀ ਹੋ ਜਾਂਦਾ ਤਾਂ ਮੋਬਾਈਲ ਦੇ ਉੱਤੇ ਜੋ ਮੈਸੇਜ ਆਇਆ ਹੈ ਉਹ ਕਿਸੇ ਨਾਲ ਤੁਸੀਂ ਸ਼ੇਅਰ ਨਾ ਕਰੋ। ਅਗਰ ਤੁਹਾਨੂੰ ਇਹ ਮੇਰਾ ਵੀਡੀਓ ਅੱਛਾ ਲੱਗਿਆ ਹੈ ਤਾਂ ਤੁਸੀਂ ਇਸ ਨੂੰ ਜ਼ਰੂਰ ਲਾਈਕ ਕਰੋ ਔਰ ਇਸ ਚੈਨਲ ITI ਪੰਜਾਬ ਸਕਿੱਲਸ ਨੂੰ ਸਬਸਕ੍ਰਾਈਬ ਕਰੋ। ਅਤੇ ਕਿਸੇ ਵੀ ਤਰ੍ਹਾਂ ਦਾ ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮੇਰੇ ਮੋਬਾਈਲ ਨੰਬਰ ਜਾਂ Gmail ਐਡਰੈਸ ਦੇ ਉੱਪਰ ਤੁਸੀਂ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ।